ਖੇਡਦਾ ਪੰਜਾਬ ਵੈਲੀਓ ਮੇਰਾ ਖੇਡਦਾ ਪੰਜਾਬ ਦੋਸਤ ਖੇਡਦਾ ਪੰਜਾਬ ਵੈਲੀਓ ਮੇਰਾ ਖੇਡਦਾ ਪੰਜਾਬ ਦੋਸਤ ਖੇਡਦਾ ਪੰਜਾਬ ਮੇਰਾ ਖੇਡਦਾ ਪੰਜਾਬ ਖੇਡਦਾ ਪੰਜਾਬ ਮੇਰਾ ਖੇਡਦਾ ਪੰਜਾਬ ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਕਰਨ, ਸ਼ੋਅ ਲੈ ਕੇ ਹਾਜ਼ਰ ਹਾਂ ਖੇਡਦਾ ਪੰਜਾਬ। ਅੱਜ ਪੰਜਾਬ ਦੇ ਨਾਰੰਗਵਾਲ ਪਹੁੰਚੇ ਹਾਂ। ਇੱਥੋਂ ਦੀ ਤਸਵੀਰਾਂ ਦਿਖਾਵਾਂਗੇ ਕਿ ਇੱਥੇ ਪਹਿਲਵਾਨ ਜਿਹੜੇ ਨੇ ਕਿਸ ਤਰੀਕੇ ਨਾਲ ਪ੍ਰੈਕਟਿਸ ਕਰਦੇ ਨੇ, ਕਿਸ ਤਰੀਕੇ ਨਾਲ ਦੰਗਲਾਂ ਦੇ ਵਿੱਚ ਛਾਉਣ ਦੇ ਲਈ ਕੀ ਕੁਝ ਕਰਦੇ ਨੇ ਸਵੇਰ ਤੋਂ ਸ਼ਾਮ ਤੱਕ। ਡਾਈਟ ਦੇ ਵਿੱਚ ਕੀ ਕੁਝ ਚੱਲ ਰਿਹਾ, ਇੱਥੋਂ ਦੇ ਉਸਤਾਦ ਪਹਿਲਵਾਨ ਕਿਵੇਂ ਗਾਈਡ ਕਰਦੇ ਨੇ ਇੱਥੋਂ ਦੇ ਨਵੇਂ ਪਹਿਲਵਾਨਾਂ ਨੂੰ। ਸੋ ਨਾਰੰਗਵਾਲ ਦੇ ਮੱਲ ਅਖਾੜੇ 'ਚ ਪਹੁੰਚੇ ਹਾਂ। ਇੱਥੋਂ ਦੇ ਉਸਤਾਦ ਪਹਿਲਵਾਨ ਗੁਰੂ ਜੀ ਕਮਲੇਸ਼ ਸਾਡੇ ਨਾਲ ਮੌਜੂਦ ਨੇ। ਕੋਚ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ ਕੋਚ ਸਾਹਿਬ, ਕਿਸ ਤਰੀਕੇ ਨਾਲ ਇੱਥੇ ਪ੍ਰੈਕਟਿਸ ਹੁੰਦੀ ਹੈ, ਕਿਵੇਂ ਸਵੇਰ ਤੋਂ ਸ਼ਾਮ ਤੱਕ ਦਾ ਦਿਨ ਗੁਜ਼ਰਦਾ? ਸਵੇਰੇ 4 ਵਜੇ ਪੌਣੇ 4 ਵਜੇ ਸਟਾਰਟ ਹੋ ਜਾਂਦੇ ਨੇ। ਅਸੀਂ ਪੌਣੇ 4 ਉੱਠਦੇ ਨੇ। ਪੌਣੇ 4 ਵਜੇ ਤੋਂ ਉੱਠ ਕੇ ਫਿਰ ਬਾਹਰ ਬੁਰ ਜਾਓਗੇ 4:30 ਇੱਥੇ ਅਖਾੜੇ 'ਤੇ ਆਉਂਦੇ ਨੇ। 4:30 ਮੁੰਡੇ ਆਉਣ ਲੱਗ ਜਾਂਦੇ ਨੇ, ਕੁਝ ਬਾਹਰੋਂ ਆਉਂਦੇ ਨੇ, ਕੁਝ ਇੱਥੇ ਰਹਿੰਦੇ ਨੇ। ਅਤੇ 5 ਵਜੇ ਤਾਈਂ ਸਾਰੇ ਰੈਡੀ ਹੁੰਦੇ ਨੇ ਅਤੇ 5 ਸਾਢੇ 5 ਤਾਈਂ ਫਿਰ ਪ੍ਰੈਕਟਿਸ ਕਰਾਉਂਦੇ ਨੇ। ਪ੍ਰੈਕਟਿਸ ਕਰਾ ਕੇ ਫਿਰ ਮਗਰੋਂ ਜ਼ੋਰਾਂ ਤੋਂ ਬਾਅਦ ਫਿਰ ਸਾਰੇ ਠੰਡੇ ਹੋ ਆ ਕੇ ਫਿਰ ਆਪਣੇ ਪਾਣੀ ਪੂਣੀ ਰਗੜਦੇ ਨੇ, ਬਦਾਮ ਬਦਾਮ ਕੋਈ ਕੁਛ ਰਗੜਦਾ, ਕੋਈ ਕੁਛ ਤਿਆਰ ਕਰਦਾ ਬੰਦਾ। ਫਿਰ ਨਹਾ ਧੋ ਕੇ ਜਾਨੀ ਇੱਥੇ 10 ਵਜੇ ਜਾਂਦੇ, 9:30 10 9:30 10 ਜਾ ਕੇ ਇੱਥੇ ਨਿਬੜਦੇ ਨੇ ਅਸੀਂ। ਅੱਛਾ ਭਲਵਾਨ ਜੀ, ਗੱਲ ਕਰੀਏ ਇਸ ਅਖਾੜੇ ਦੀ, ਕਦੋਂ ਸ਼ੁਰੂਆਤ ਹੋਈ ਇਸ ਅਖਾੜੇ ਦੀ ਅਤੇ ਕਿਵੇਂ ਇਹ ਸਾਰਾ ਬਣਾਇਆ ਗਿਆ? ਇਹ ਅਖਾੜਾ ਹੈਗਾ ਪਹਿਲਵਾਨ ਹੋਏ ਨੇ ਇਸ ਪਿੰਡ ਦੇ, ਆਪਣੇ ਜ਼ਮਾਨੇ ਦੇ ਮਸ਼ਹੂਰ ਪਹਿਲਵਾਨ ਹੋਏ ਭਜਨਾ ਪਹਿਲਵਾਨ। ਇੱਕ ਉਹ ਸੱਤਿਆਣੀਆਂ ਬੰਤਾ ਪਹਿਲਵਾਨ ਸੀ ਪੁਰਾਣੇ ਜ਼ਮਾਨੇ ਦੇ, ਉਹਨਾਂ ਦੇ ਨਾਲ ਰਹਿੰਦੇ ਰਹੇ ਨੇ ਉਹ। ਸਭ ਤੋਂ ਪਹਿਲਾਂ ਦੀ ਗੱਲ ਹੈ ਜਦ ਉਹਨਾਂ ਦੇ ਸੁਪੁੱਤਰ ਨੇ ਆਪਣੇ ਸਰਦਾਰ ਬਲਜਿੰਦਰ ਸਿੰਘ ਯੂਕੇ, ਇਹ ਯੂਕੇ ਦੀ ਸੰਸਥਾ ਹੈ। ਇਹਨਾਂ ਨੂੰ ਯੂਕੇ ਵਾਲਿਆਂ ਨੇ ਉਹਨਾਂ ਨੇ ਆਪਦੇ ਪਿਓ ਦੀ ਯਾਦ 'ਚ ਸੱਤਿਆਣੀਆਂ ਬੰਤਾ ਅਤੇ ਆਪਣਾ ਭਜਨਾ ਪਹਿਲਵਾਨ ਦੀ ਯਾਦ 'ਚ ਇਹ ਅਖਾੜਾ ਬਣਵਾਇਆ ਸਨ 2003 'ਤੇ। ਅਸੀਂ ਇੱਥੇ ਸਨ 4 'ਚ ਆਏ ਨੇ। ਅਸੀਂ ਆਲਮਗੀਰੀ ਜਿਹੜੇ ਪਹਿਲਾਂ ਸਿਕੰਦਰ ਸਿੰਘ ਆਲਮਗੀਰੀ ਦੇ ਅਖਾੜੇ ਦੇ ਉਸਤਾਦ ਸਾਡੇ ਪੁਰਾਣੇ, ਇਹਨਾਂ ਦੇ ਰਿਲੇਸ਼ਨ ਰਹੇ ਨੇ ਪੁਰਾਣੇ, ਉਹਨਾਂ ਦੇ ਥਰੂ ਅਸੀਂ ਆਏ ਨੇ ਇੱਥੇ। ਖੇਡਦਾ ਪੰਜਾਬ ਵੈਲੀਓ ਮੇਰਾ ਖੇਡਦਾ ਪੰਜਾਬ ਦੋਸਤ ਖੇਡਦਾ ਪੰਜਾਬ ਮੇਰਾ ਖੇਡਦਾ ਪੰਜਾਬ ਖੇਡਦਾ ਪੰਜਾਬ ਮੇਰਾ ਖੇਡਦਾ ਪੰਜਾਬ। ਸੋ ਨਾਰੰਗਵਾਲ ਦੇ ਮੱਲ ਅਖਾੜਾ 'ਚ ਅਸੀਂ ਮੌਜੂਦ ਹਾਂ ਅਤੇ ਇੱਥੋਂ ਦੇ ਜਿਹੜੇ ਮੁੱਖ ਪਹਿਲਵਾਨ ਨੇ, ਮੇਨ ਪਹਿਲਵਾਨ ਨੇ, ਜਿਨ੍ਹਾਂ ਨੇ ਦੰਗਲਾਂ ਦੇ ਵਿੱਚ ਬਹਿਜਾ ਕਰਾਈ ਹੋਈ ਹੈ, ਸ਼ਿੰਦਾ ਨਾਰੰਗਵਾਲ ਹੋਰੀ ਸਾਡੇ ਨਾਲ ਮੌਜੂਦ ਨੇ। ਸ਼ਿੰਦੇ ਭਾਈ, ਅਖਾੜੇ ਦੀ ਗੱਲ ਕਰੀਏ ਤਾਂ ਸ਼ੁਰੂਆਤ ਕਿਵੇਂ ਹੋਈ ਇਸ ਅਖਾੜੇ ਦੀ, ਕਦੋਂ ਇਹ ਬਣਾਇਆ ਗਿਆ? ਅਖਾੜਾ ਜੀ ਇਹ 12 ਸਾਲ ਪਹਿਲਾਂ ਹੋ ਗਏ ਅਤੇ ਇੱਥੋਂ ਦੇ ਜੋ ਬਜ਼ੁਰਗ ਸੀਗੇ ਅਤੇ ਉਹਨਾਂ ਦੇ ਡੈਡੀ ਉਹ ਭਲਵਾਨੀ ਕਰਦੇ ਸੀ। ਬੰਤਾ ਪਹਿਲਵਾਨ ਸੀ, ਪੁਰਾਣੇ ਪਹਿਲਵਾਨ ਬੰਤਾ ਛੱਤਿਆਣੀਆਂ, ਅਤੇ ਉਹਨਾਂ ਨਾਲ ਪਹਿਲਵਾਨੀ ਕਰਦੇ ਸੀ ਅਤੇ ਉਹਨਾਂ ਨਾਲ ਫਿਰ ਉਹ ਬਹੁਤ ਲਾਈਕ ਕਰਦੇ ਸੀ ਪਹਿਲਵਾਨੀ ਨੂੰ। ਅਤੇ ਫਿਰ ਬਾਹਰ ਵੀ ਇੰਗਲੈਂਡ ਵੀ ਜਾਂਦੇ ਰਹੇ। ਤਾਂ ਫਿਰ ਉਹਨਾਂ ਨੇ ਬਜ਼ੁਰਗਾਂ ਨੇ, ਬਲਜਿੰਦਰ ਸਿੰਘ ਨੇ, ਸਰਦਾਰ ਬਲਜਿੰਦਰ ਸਿੰਘ, ਅਤੇ ਉਹਨਾਂ ਨੇ ਫਿਰ ਆਪਦੇ ਫਾਦਰ ਸਾਹਿਬ ਦੇ ਯਾਦ ਵਿੱਚ ਅਖਾੜਾ ਬਣਾਇਆ ਅਤੇ 12 ਸਾਲ ਹੋ ਗਏ ਚੱਲਦੇ ਨੂੰ। ਹਾਂਜੀ। ਅਤੇ ਤੁਸੀਂ ਪਿੰਡ ਲੀਲ ਤੋਂ ਨਾਰੰਗਵਾਲ ਕਿਵੇਂ ਪੁੱਜੇ? ਪਿੰਡ ਲੀਲ ਤੋਂ ਹੀ ਪਹਿਲਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਕਿ ਆਲਮਗੀਰ ਕਰਦਾ ਸੀ ਅਤੇ ਆਲਮਗੀਰ ਪਹਿਲਵਾਨ ਸਿਕੰਦਰ ਸਿੰਘ ਜੀ ਸਾਡੇ, ਅਤੇ ਉਹਨਾਂ ਦਾ ਮੈਂ ਚੇਲਾ ਬਣਿਆ। ਅਤੇ ਫਿਰ ਉਹਨਾਂ ਨੇ ਗਾਂ ਮੈਨੂੰ ਕਿਹਾ ਵੀ ਤੇਰੇ ਨਜ਼ਦੀਕ ਪੈਂਦਾ ਅਖਾੜਾ ਨਾਰੰਗਵਾਲ, ਵੀ ਤੂੰ ਉੱਥੇ ਕਰਿਆ ਕਰ। ਅਤੇ ਬਾਕੀ ਉਹਨਾਂ ਨੇ ਸਾਰੇ ਮੈਨੂੰ ਗੁਰ ਦੇ ਦਿੱਤੇ ਸੀ। ਫਿਰ ਮੈਂ ਇੱਥੇ ਕਰਨ ਲੱਗਿਆ ਜੀ ਪਹਿਲਵਾਨੀ।
ਹਾਂ ਅੱਛਾ, ਅਖਾੜੇ ਦੀ ਗੱਲ ਕਰੀਏ, ਪ੍ਰਬੰਧ ਕਿਵੇਂ ਚੱਲਦਾ, ਕਿੰਨੇ ਕੁ ਮੁੰਡੇ ਇੱਥੇ ਆਉਂਦੇ ਨੇ, ਜ਼ੋਰ ਕਿਵੇਂ ਚੱਲ ਰਿਹਾ? ਇੱਥੇ ਹੀ ਮੁੰਡੇ 10-12 ਮੁੰਡੇ ਰਹਿੰਦੇ ਨੇ, ਰਿਹਾਇਸ਼ ਆ ਉਹਨਾਂ ਦੀ, ਤੇ 10-12 ਮੁੰਡੇ ਬਾਹਰੋਂ ਆਉਂਦੇ ਨੇ, 25-24-25 ਮੁੰਡੇ ਆਉਂਦੇ ਨੇ, ਤੇ ਬੱਚੇ ਵੀ ਆਉਂਦੇ ਨੇ ਵਿੱਚ 10-12, ਤੇ ਆਪਦੀ ਪ੍ਰੈਕਟਿਸ ਕਰਾਉਂਦੇ ਨੇ ਸਾਡੇ ਕੋਚ ਸਾਹਿਬ ਕਮਲੇਸ਼, ਤੇ ਉਹਨਾਂ ਦੀ ਤੇ 2 ਟਾਈਮ ਕਰਾਉਂਦੇ ਨੇ। ਸ਼ੁਰੂਆਤ ਤਾਂ ਮੈਂ ਆਪਦੇ ਪਿੰਡੋਂ ਹੀ ਕੀਤੀ, ਪਿੰਡ 'ਚ ਪਹਿਲਾਂ ਜ਼ੋਰ ਕਰਦਾ ਮੁੰਡਿਆਂ ਨਾਲ, ਛੋਟਿਆਂ ਨਾਲ, ਫਿਰ ਮੇਰੇ ਤਾਇਆ ਮੇਰੇ ਡੈਡੀ ਵੀ ਕਰਾਉਂਦੇ ਰਹੇ ਮੇਰੇ ਜ਼ੋਰ ਆਪ, ਤੇ ਫਿਰ ਮੈਂ ਉਹਨਾਂ ਨੂੰ ਚੰਗਾ ਹੋ ਗਿਆ ਤਾਂ ਉਹ ਕਹਿੰਦੇ ਵੀ ਫਿਰ ਤਾਇਆ ਜੀ ਕਹਿੰਦਾ ਮੈਂ ਕਰਾਉਣਾ, ਵੱਡੇ ਭਲਵਾਨ ਸੀਗੇ, ਉਹਨਾਂ ਨੇ ਮੇਰੇ ਕੁੱਟ-ਕੁੱਟ ਜ਼ੋਰ ਕਰਾਉਣੇ ਜੀ, ਬਹੁਤ ਕੈੜੇ ਸੀ ਉਹ, ਤਕੜੇ ਸੀਗੇ ਜੀ ਬਹੁਤ, ਤਾਂ ਉਹਨਾਂ ਨੇ ਕਰਾਉਂਦੇ ਰਹੇ ਮੇਰੇ 2-3 ਸਾਲ, 16-17 ਸਾਲ ਦੀ ਉਮਰ ਤੱਕ ਮੇਰੇ ਉਹ ਜ਼ੋਰ ਕਰਾਉਂਦੇ ਰਹੇ, ਤੇ ਫਿਰ ਉਹ ਥੋੜ੍ਹੇ ਜਿਹੇ ਬਿਮਾਰ ਰਹਿਣ ਲੱਗ ਗਏ ਜੀ, BP ਵੱਧਦਾ ਸੀ, ਹਾਰਟ ਦੀ ਪ੍ਰੋਬਲਮ ਹੋ ਗਈ, ਤੇ ਉਹਦੇ ਬਾਅਦ 'ਚ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਕੋਈ ਜ਼ੋਰਾਂ ਵਾਲਾ ਮੁੰਡਾ ਕੋਈ ਹੋਰ ਦੇਖਦੇ ਆ ਤਕੜਾ, ਤਾਂ ਫਿਰ ਮੈਂ ਆਲਮਗੀਰ ਜਾਣ ਲੱਗ ਗਿਆ, ਉਹਨਾਂ ਨੇ ਕਿਹਾ ਵੀ ਆਲਮਗੀਰ ਜ਼ੋਰ ਕਰਾਇਆ ਕਰੇ, ਤਾਂ ਫਿਰ ਇੱਥੋਂ ਫਿਰ ਉਹਨਾਂ ਦੀ ਬਾਅਦ 'ਚ ਡੈਥ ਹੋ ਗਈ ਸੀ ਥੋੜ੍ਹੇ ਟਾਈਮ ਬਾਅਦ, ਤਾਂ ਫਿਰ ਉੱਥੇ ਆਲਮਗੀਰ ਜਾਣ ਲੱਗਿਆ ਸੀ ਮੈਂ, ਇੱਦਾਂ ਫਿਰ। ਅੱਛਾ, ਆਲਮਗੀਰ ਸਿਕੰਦਰ ਪਹਿਲਵਾਨ ਉਹਨਾਂ ਨਾਲ ਉਸਤਾਦੀ ਸ਼ਾਗਿਰਦੀ ਕਿਵੇਂ ਹੋਈ? ਉੱਥੇ ਕਿਹੜੇ ਪਹਿਲਵਾਨਾਂ ਨਾਲ ਤੁਸੀਂ ਜ਼ੋਰ ਕਰਦੇ ਰਹੇ? ਉੱਥੇ ਸ਼ੁਰੂਆਤ 'ਚ ਭਲਵਾਨ ਸੀਗੇ, ਉੱਥੇ ਪਿੰਡ ਦੇ ਭਲਵਾਨ ਸੀ ਸੰਦੀਪ, ਤੇ ਟਹਿਲਾ ਸੀ ਇੱਕ ਭਲਵਾਨ ਦਲਿਆਂ ਤੋਂ, ਤੇ ਹੋਰ ਭਲਵਾਨ ਸੀ, ਤੇ ਉਹਨਾਂ ਤੋਂ ਫਿਰ ਮੈਂ ਤਕੜਾ ਹੋ ਗਿਆ, ਤੇ ਉਹਦੇ ਬਾਅਦ 'ਚ ਸਤੀਸ਼ ਭਲਵਾਨ ਉਹਨਾਂ ਨਾਲ ਕਰਦਾ ਰਿਹਾ, ਤੇ ਹਰਵਿੰਦਰ ਭਲਵਾਨ ਤਕੜੇ ਸੀ, ਉਹ ਵੀ ਸਾਡੇ ਜ਼ੋਰ ਕਰਾ ਦਿੰਦੇ ਸੀ, ਤੇ ਬਹੁਤ ਵਧੀਆ ਜ਼ੋਰ ਕਰਵਾਉਂਦੇ ਸੀ, ਬਹੁਤ ਨੇਕ ਦਿਲ ਇਨਸਾਨ ਨੇ, ਤੇ ਉਹਨਾਂ ਤੋਂ ਹੀ ਮੈਂ ਜ਼ਿਆਦਾਤਰ ਉਹਨਾਂ ਦੀ ਘੋਲਣੀ ਤੋਂ ਸਿੱਖਿਆ, ਉਹਨਾਂ ਦੀ ਜੀਦਾਰੀ, ਤੇ ਉਹਨਾਂ ਦਾ ਜਿਹੜਾ ਸੁਭਾਅ, ਬਹੁਤ ਨੇਕ ਦਿਲ ਇਨਸਾਨ ਨੇ ਬੰਦੇ। ਹਲੇ ਲੱਗੇ ਹੋਏ ਆ, ਤੁਹਾਨੂੰ ਪਤਾ ਸਾਰੀ ਜ਼ਿੰਦਗੀ ਬੰਦਾ ਸਿੱਖਦਾ ਹੀ ਆ। ਇੱਕ ਵਾਰ ਬੱਦੋਵਾਲ ਸੀ, ਮੈਂ ਘੁਲਿਆ, ਤੇ ਉਸ ਟਾਈਮ ਮੈਂ 30 ਸਕਿੰਟ ਦੇ ਵਿੱਚ ਬੰਦਾ ਢਾਇਆ ਜੀ, ਤੇ ਮੈਨੂੰ ਸਨਮਾਨਿਤ ਕੀਤਾ ਗਿਆ ਉੱਥੋਂ ਦੀ ਪੰਚਾਇਤ ਦੇ ਵੱਲੋਂ ਬੱਦੋਵਾਲ, ਤੇ ਮੈਨੂੰ ਟਰੋਫੀ ਵੀ ਦਿੱਤੀ ਗਈ। ਉਹ ਬਹੁਤ ਵਧੀਆ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਰਿਹਾ, ਤੇ ਜੋ ਕਿ ਮੈਂ 30 ਸਕਿੰਟ ਤੋਂ ਪਹਿਲਾਂ ਸਾਰੇ ਦੇਖ ਕੇ ਹੈਰਾਨ ਰਹਿ ਗਏ ਸੀਗੇ, ਮੈਂ 30 ਸਕਿੰਟ ਤੋਂ ਪਹਿਲਾਂ ਢਾਇਆ। ਦੇਖੋ ਜੀ, ਮਿਹਨਤ ਸਵੇਰੇ ਸ਼ਾਮ ਕਰਨੀ ਪੈਂਦੀ ਆ, ਬਾਕੀ ਨਸ਼ਿਆਂ ਤੋਂ ਥੋੜ੍ਹਾ ਬਹੁਤਾ ਦੂਰ ਰਹੇ ਬੰਦਾ, ਤੇ ਇਹ ਤਾਂ ਸਾਰੀ ਉਮਰ ਦੀ ਮਿਹਨਤ ਹੀ ਹੈ ਜੀ, ਤੇ ਇੱਕ ਤਰ੍ਹਾਂ ਨਾਲ ਬੰਦੇ ਨੂੰ ਭਗਤ ਬਣ ਕੇ ਮਿਹਨਤੀ ਕਰਨੀ ਪੈਂਦੀ ਆ, ਤੇ ਟਾਰਗੇਟ ਮੇਨ ਇਹ ਆ ਕਿ ਬੰਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਖੇਡੇ ਕੁਸ਼ਤੀ, ਸਾਡਾ ਟਾਰਗੇਟ ਤਾਂ ਜ਼ਿਆਦਾਤਰ ਇਹੀ ਰਹਿੰਦਾ ਜੀ। ਕੁਸ਼ਤੀ ਮੇਰੇ ਲਈ ਜੀ ਇੱਕ ਤਰ੍ਹਾਂ ਨਾਲ ਮਾਂ ਖੇਡ ਹੈ ਜੀ, ਤੇ ਮੈਂ ਇਸ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਦਾ, ਮੈਨੂੰ ਘਰਦਿਆਂ ਵੱਲੋਂ ਬਹੁਤ ਸਪੋਰਟ ਹੈ ਜੀ, ਮੇਰੇ ਮਾਂ ਪਿਓ ਤੇ ਕਾਫੀ ਜ਼ਿਆਦਾ ਮੇਰੇ ਨਾਲ ਸਪੋਰਟ ਕਰਦੇ, ਹਰ ਟਾਈਮ ਖੜ੍ਹਦੇ ਜੀ। ਹਾਂਜੀ ਬਿਲਕੁਲ ਜੀ, ਮੈਂ ਆਪਣੇ ਮਾਂ ਬਾਪ ਨੂੰ ਕਹਿਣਾ ਚਾਹੁੰਦਾ ਕਿ ਉਹ ਮੇਰੇ ਲਈ ਬਹੁਤ ਰੱਬ ਦਾ ਰੂਪ ਹੀ ਹੈ ਜੀ ਇੱਕ ਤਰ੍ਹਾਂ ਨਾਲ, ਕਿਉਂਕਿ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਜੀ। ਮੈਨੂੰ ਨਹੀਂ ਲੱਗਦਾ ਕੋਈ ਮਾਂ ਪਿਓ ਆਪਣੇ ਬੱਚੇ ਨੂੰ ਨਹੀਂ ਸਪੋਰਟ ਕਰੂਗਾ ਹਾਲੇ ਤੱਕ, ਤੇ ਬਾਕੀ ਮੈਂ ਵੀ ਉਹਨਾਂ ਦੀ ਸੇਵਾ ਵਿੱਚ ਹਰਦਮ ਹਾਜ਼ਰ ਹਾਂ ਜੀ, ਤੇ ਮੈਂ ਜੋ ਜਿੱਥੇ ਤੱਕ ਹੋ ਸਕਿਆ ਮੈਂ ਉਹਨਾਂ ਦਾ ਮੁੱਲ ਮੋੜੂੰਗਾ ਜੀ। ਜੀ ਤੁਸੀਂ ਮੱਧ ਪ੍ਰਦੇਸ਼ ਦੇ ਹੋ, ਕਿਵੇਂ ਇਹ ਪੈਂਡਾ ਸਾਰਾ ਤੁਸੀਂ ਵਿੱਢਿਆ, ਕਿਵੇਂ ਆਲਮਗੀਰ ਆਏ ਪਹਿਲਾਂ ਜਾਂ ਫਿਰ ਬਾਅਦ ਵਿੱਚ ਇੱਥੇ? ਇਹ ਅਸੀਂ ਮੱਧ ਪ੍ਰਦੇਸ਼ ਜ਼ਿਲ੍ਹਾ ਗਵਾਲੀਅਰ ਤੋਂ ਆਏ ਅਸੀਂ, ਜਿੱਥੇ ਦਾਤਾਬੰਦੀ ਛੋੜ ਗੁਰਦੁਆਰਾ ਮਸ਼ਹੂਰ ਹੈ ਆਪਣਾ 6ਵੇਂ ਪਾਤਸ਼ਾਹੀ ਦਾ। ਤੇ ਸਭ ਤੋਂ ਪਹਿਲਾਂ ਮੈਂ ਪੜ੍ਹਦਾ ਸੀ, ਹਾਇਰ ਸੈਕੰਡਰੀ ਕੀਤੀ ਹੈ ਵੈਸੇ ਮੈਂ +1, ਤੇ ਸਾਡੇ ਪਿੰਡ 'ਚ ਹੀ ਪਹਿਲਵਾਨੀ ਦਾ ਗੜ੍ਹ ਰਿਹਾ, ਯਾਨੀ ਸਾਡੇ ਇਲਾਕੇ 'ਚ ਗਵਾਲੀਅਰ 'ਚ ਬਿਲਗੂਆ ਪਿੰਡ ਹੈ ਮੇਰਾ, ਡਬਰਾ ਤਹਿਸੀਲ, ਤੇ ਜ਼ਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼। ਉੱਥੇ ਸਾਡਾ ਇਲਾਕੇ 'ਚ ਸਾਡਾ ਮਸ਼ਹੂਰ ਪਿੰਡ ਹੈ, ਭਲਵਾਨੀ 'ਚ ਰਿਹਾ ਪੁਰਾਣੇ ਜ਼ਮਾਨੇ ਦਾ। ਉਸ ਟਾਈਮ 'ਤੇ 4-5 ਅਖਾੜੇ ਸੀ, 4 ਅਖਾੜੇ ਸਾਡੇ ਪਿੰਡ ਦੇ, ਮਗਰ ਅੱਜ ਕੁਛ ਵੀ ਨਹੀਂ ਉੱਥੇ, ਸਾਫ਼ ਹੋ ਗਿਆ ਬਿਲਕੁਲ, ਨਵੀਂ ਪੀੜ੍ਹੀ ਕੁਛ ਕਰਦੀ ਨਹੀਂ, ਔਰ ਦੂਜੇ ਪਾਸੇ ਖੇਲਾਂ ਨੂੰ ਹੋ ਗਏ ਨੇ। ਤੇ ਉੱਥੋਂ ਅਸੀਂ ਨਿਕਲ ਕੇ, ਮੇਰਾ ਭਰਾ ਭਲਵਾਨ ਸੀ ਉਹ ਹੁਕਮ ਸਿੰਘ ਪਹਿਲਵਾਨ, ਉਹਨਾਂ ਨੇ ਸਾਨੂੰ ਪ੍ਰੇਰਿਤ ਕਰਿਆ ਇੱਧਰ ਨੂੰ। ਉਹਨਾਂ ਨੇ ਸਾਡੇ ਘਰੇ ਵੀ ਅਖਾੜੇ, 2 ਅਖਾੜੇ ਸੀ ਸਾਡੇ ਸਮਝ ਲਓ, ਇੱਕ ਪੈੜੀ 'ਚ ਇੱਕ ਪਿੰਡ 'ਚ। ਉਹਨਾਂ ਨੇ ਫਿਰ ਇਸ ਲਾਈਨ 'ਚ ਲਾਇਆ,
ਫਿਰ ਅਸੀਂ ਦੰਗਲਾਂ 'ਚ ਘੁੰਮਦੇ ਰਹੇ 3-4 ਸਾਲ ਹਾਇਰ ਸੈਕੰਡਰੀ ਕਰਨ ਤੋਂ ਬਾਅਦ ਸਾਨੂੰ 1975 ਤੇ ਮੈਂ ਹਾਇਰ ਸੈਕੰਡਰੀ ਕੀਤੀ। ਉਹ ਤੋਂ ਬਾਅਦ ਫਿਰ ਦੰਗਲਾਂ 'ਚ ਘੁੰਮੀ ਗਏ 3-4 ਸਾਲ। ਫਿਰ 4 ਸਾਲ ਬਾਅਦ ਫਿਰ ਇਹ ਮੈਨੂੰ ਲੈ ਕੇ ਆਏ ਇੱਥੇ ਅਮਰੀਕ ਸਿੰਘ ਪਹਿਲਵਾਨ ਰੌਣੀ ਵਾਲੇ, ਉਹ ਸਾਨੂੰ ਟੱਕਰੇ ਦੰਗਲਾਂ 'ਚ। ਉਹ ਫਿਰ ਇੱਥੇ ਆਲਮਗੀਰ ਨਾਲ ਲਿਆਉਣ ਵਾਲੇ ਉਹ ਭਲਵਾਨ ਹੈ। ਸਭ ਤੋਂ ਪਹਿਲਾਂ ਅਸੀਂ ਆਏ ਮੇਜਰ ਭਲਵਾਨ ਕੋ, ਉਹ ਮੇਜਰ ਭਲਵਾਨ ਕੋ ਰਹਿੰਦਾ ਰਿਹਾ ਸੀ ਅਮਰੀਕ ਪਹਿਲਵਾਨ ਰੌਣੀ ਵਾਲੇ, ਅਤੇ ਉੱਥੇ ਅਸੀਂ ਰਹੇ। ਅਤੇ ਉੱਥੇ ਪਹਿਲਵਾਨ ਤਾਂ ਆ ਗਿਆ ਆਲਮਗੀਰ, ਮੈਂ ਉੱਥੇ ਰਹਿ ਗਿਆ। ਫਿਰ ਮੈਨੂੰ ਉੱਥੇ ਰੱਖ ਲਿਆ ਭਲਵਾਨ ਮੇਜਰ ਨੇ। ਮੈਂ 15-16 ਸਾਲ ਉੱਥੇ ਰਿਹਾ, 16 ਸਾਲ ਪਹਿਲਵਾਨੀ 'ਚ ਗੁਜ਼ਾਰੇ ਉੱਥੇ। ਜ਼ਿੰਦਗੀ ਦਾ ਇੱਕ ਕੀਮਤੀ ਹਿੱਸਾ ਉੱਥੇ ਕੱਢਿਆ ਮੈਂ। ਆਪ ਕੀਤੀ ਪਹਿਲਵਾਨ 20 ਸਾਲ ਪਹਿਲਵਾਨੀ ਕਰੀ ਮੈਂ ਆਪਦੇ ਇਲਾਕੇ 'ਚ 10 ਸਾਲ ਟੌਪ 'ਤੇ ਲੜਿਆ, ਅਤੇ ਪੰਜਾਬ ਦਾ ਗੋਲਡ ਵੀ ਹੈ ਮੇਰਾ। ਆਪਦੇ ਇਲਾਕੇ ਦੇ ਵੀ ਚੈਂਪੀਅਨ ਰਹੇ ਇੱਥੇ। ਪੰਜਾਬ ਦੇ ਸੀਨੀਅਰ ਜੇ ਸੰਨ 87 'ਚ ਮੇਰਾ ਗੋਲਡ ਸੀ ਇੱਥੇ ਗ੍ਰੀਕੋ ਰੋਮ 'ਤੇ ਪਟਿਆਲੇ 'ਤੇ। ਐਂ ਕਰਦੇ ਕਰਾਂਦੇ ਫਿਰ ਸਭ ਅਸੀਂ ਸੰਨ 2000 'ਤੇ ਛੱਡ ਗਏ ਸੀ ਭਲਵਾਨੀ। 2000 ਭੋਲਾ ਵੀ ਨਾਲ ਰਹਿੰਦਾ ਰਿਹਾ ਉੱਥੇ। ਭੋਲਾ ਇੱਥੇ ਜਿਹੜਾ ਜਗਦੀਸ਼ ਭੋਲਾ ਸਾਡੇ ਨਾਲ ਹੀ ਰਿਹਾ। ਹਰਵਿੰਦਰ ਸਾਡੇ ਨਾਲ ਨੇ, ਕੇਰ ਸੁਮੇਰ ਨੰਦਾ। ਕਿਹਾ ਜਾ ਸਕਦਾ ਕਿ ਇਹ ਅਖਾੜਾ ਜਿਹੜਾ ਆਲਮਗੀਰ ਦੀ ਇੱਕ ਸ਼ਾਖਾ ਹੈਗਾ। ਹਾਂ, ਆਲਮਗੀਰ ਦੀ ਬ੍ਰਾਂਚ ਹੀ ਹੈ, ਉਹਨਾਂ ਦੇ ਥਰੂ ਹੀ। ਆਲਮਗੀਰ ਦੀ ਇੱਥੇ ਕਈ ਬ੍ਰਾਂਚ ਹੈ। ਧਾਂਦਲਾ ਬ੍ਰਾਂਚ ਹੈ, ਅਤੇ ਆਪਣੇ ਲੀੜਾਂ ਹੈ, ਕੈਲੀ ਹੈ, ਘਗਰਾਣਾ ਹੈ, ਰੌਣੀ ਹੈ, ਨਾਰੰਗ ਵਾਲਾ ਅਖਾੜਾ ਹੈ। ਕਈ ਥਾਂ ਉਹਨਾਂ ਦੇ ਘੱਟੋ ਘੱਟ ਲੁਧਿਆਣੇ ਜ਼ਿਲ੍ਹੇ 'ਤੇ ਹੀ 15 ਬ੍ਰਾਂਚ ਹੋਣਗੀ ਭਲਵਾਨ ਦੇ ਨਾਂ 'ਤੇ ਵੱਡੇ ਦੀ। ਅੱਛਾ, ਅਖਾੜੇ ਮੱਲ ਦੀ ਗੱਲ ਕਰੀਏ ਆਪਾਂ, ਕਿੰਨੇ ਕੁ ਪਹਿਲਵਾਨ ਨੇ ਇੱਥੇ, ਅਤੇ ਕੀ ਕੁਝ ਤੁਸੀਂ ਗਾਈਡ ਕਰਦੇ ਹੋ ਟੈਕਨੀਕ ਦੇ ਨਾਲ ਡਾਈਟ ਬਾਰੇ ਕੀ ਕੁਝ ਦੱਸਦੇ ਹੋ? ਇਹ ਭਲਵਾਨ ਹੈਗੇ ਕਰੀਬਨ 20 ਤੱਕ ਮੁੰਡੇ ਨੇ ਇੱਥੇ ਟੋਟਲ, ਯਾਨੀ 7-8 ਤੋਂ ਬਾਹਰੋਂ ਰਹਿੰਦੇ ਨੇ। ਬਾਕੀ ਪਿੰਡਾਂ ਕਨੀ ਹੈ, ਯਾਨੀ ਟੋਟਲ 20 ਮੁੰਡੇ ਹੋ ਜਾਂਦੇ ਨੇ। ਛੋਟੇ ਵੀ ਹੈ, ਕਈ ਵੱਡੇ ਵੀ ਨੇ। ਇਹ ਸਵੇਰ ਤੋਂ ਤਕਨੀਕ ਆਪਣੀ ਮਿੱਟੀ ਦੀ ਜ਼ਿਆਦਾ ਚੱਲਦੀ ਹੈ। ਗਰਮੀ ਦਾ ਟਾਈਮ ਹੈ, ਸਿਆਲ 'ਚ ਅਸੀਂ ਮੈਟ ਵੀ ਹੈਗਾ ਸਾਡੇ ਕੋਲ ਪੁਰਾਣਾ। ਮੈਟ ਦੀ ਜੇ ਘਾਟ ਹੈ ਸਾਡੇ ਕੋਲ, ਮੈਟ ਨਵਾਂ ਹੈ ਨਹੀਂ, ਪੁਰਾਣਾ ਮੈਟ ਹੈਗਾ। ਅਸੀਂ ਕੰਮ ਚੱਲਦਾ ਰਹਿੰਦਾ ਉਹਦੇ 'ਚ, ਅਤੇ ਸਿਆਲ 'ਚ ਅਸੀਂ ਲਾ ਲੈਂਦੇ ਨੇ ਉਹਨੂੰ। ਸਾਨੂੰ ਪੂਰੀ ਸਹੂਲਤ ਨਹੀਂ ਹੈ ਇੱਥੇ ਭਲਵਾਨਾਂ ਨੂੰ। ਖੇਡਦਾ ਪੰਜਾਬ ਬੈਲੀਓ ਮੇਰਾ, ਖੇਡਦਾ ਪੰਜਾਬ ਦੋਸਤੋ, ਖੇਡਦਾ ਪੰਜਾਬ ਮੇਰਾ, ਖੇਡਦਾ ਪੰਜਾਬ, ਖੇਡਦਾ ਪੰਜਾਬ ਮੇਰਾ, ਖੇਡਦਾ ਪੰਜਾਬ। ਵਧੀਆ ਗੁਰੂ ਜੀ ਕਰਾਉਂਦੇ। ਸਵੇਰੇ 4 ਵਜੇ ਉੱਠਦੇ, ਮਿਹਨਤ ਲਾਉਂਦੇ, ਠੀਕ ਬਸ ਜ਼ੋਰ ਜ਼ਾਰ ਕਰਦੇ, ਮਿਹਨਤ ਮੁਹਨਤ ਕੰਪਲੀਟ ਕਰ ਸ਼ਾਮ ਨੂੰ 4 ਵਜੇ। ਅੱਛਾ, ਜਦੋਂ ਦੰਗਲਾਂ 'ਚ ਜਾਂਦੇ ਹੋ, ਸਪੀਕਰਾਂ 'ਚ ਨਾਂ ਚੱਲਦਾ ਹੈ ਅਲੀ ਨਾਰੰਗਵਾਲ, ਕਿਹੋ ਜਿਹਾ ਲੱਗਦਾ? ਕੋਈ ਕੁਸ਼ਤੀ ਚੰਗੀ ਜੀ ਯਾਦ ਹੋਵੇ? ਵਧੀਆ ਲੱਗਦਾ ਜੀ। ਸਕੇਤਰੀ ਕੁਸ਼ਤੀ ਹੋਈ ਸੀ ਚੰਡੀਗੜ੍ਹ, ਅੱਛਾ, ਉੱਥੇ ਜੀ ਵਧੀਆ ਘੋੜੇ ਬਰਾਬਰ ਹੋਈ। ਬਸ ਟਾਰਗੇਟ ਕੀ ਹੈ ਤੁਹਾਡਾ? ਬਸ ਜੀ ਬਾਈ ਜਿੰਨਾ ਬਣਨਾ ਜੀ, ਬਾਈ ਦੀ ਕਿੰਨੀ ਕੁ ਮਿਹਨਤ ਕਰ ਰਹੇ ਹੋ ਉਹਦੇ ਲਈ? ਫੁੱਲ ਮਿਹਨਤ ਜੀ। ਮੈਂ ਜੀ ਇੱਥੇ 2 ਸਾਲ ਹੋ ਗਏ ਮੈਨੂੰ ਆਏ ਨੂੰ। ਬਾਕੀ ਦੰਗਲਾਂ ਦੇ ਬਾਈ ਨਾਲ ਜਾਂਦੇ ਰਹਿੰਦੇ ਆ, ਤਾਂ ਫਿਰ ਇੱਥੇ ਜੋ ਯਾਰ ਗੁਰੂ ਹੀ ਕਰਾਉਂਦੇ ਰਹਿੰਦੇ ਆ। ਬਹੁਤ ਵਧੀਆ ਰਹਿੰਦੇ ਯਾਰ ਅਖਾੜੇ 'ਚ, ਇੱਦਾਂ ਵਧੀਆ ਲੱਗਦਾ ਸਾਨੂੰ। ਅਤੇ ਪਹਿਲਾਂ ਘਰੋਂ ਵੀ ਕਰਦਾ ਰਿਹਾ ਮੈਂ ਉੱਦਾਂ, ਮਤਲਬ ਦੇਖ ਕੇ, ਅਤੇ ਇੱਦਾਂ ਹੀ ਫਿਰ ਇੱਥੇ ਛੱਡਤਾ ਘਰਦਿਆਂ ਨੇ ਬਸ। ਇਹ ਬਾਕੀ ਮੇਰਾ ਪਿੰਡ ਦਾ ਉੱਧਰ ਹੀ ਆ, ਤਰਨਤਾਰਨ ਕੰਨੀ, ਅਤੇ ਮੈਂ ਬਾਈ ਨੂੰ ਦੇਖਦਾ ਰਹਿੰਦਾ ਵੀ ਇੱਧਰ ਹੀ ਆ ਗਿਆ, ਇੱਧਰ ਅਖਾੜੇ 'ਚ ਹੀ ਰਹਿਣ ਲੱਗ ਗਿਆ, ਪੱਕੇ ਇੱਥੇ ਰਹਿਣ ਲੱਗ ਗਿਆ। ਇਸ ਕਰਕੇ ਜ਼ਿਆਦਾ ਮੈਂ ਸਵੇਰੇ 4 ਵਜੇ ਉੱਠਦੇ ਹਾਂ, ਫਰੈਸ਼ ਹੋ ਕੇ ਪੂਰੀ ਫਿਰ ਮਿਹਨਤ ਲਾ ਕੇ ਉਸ ਖਾਣਾ ਵਾਣਾ ਮੈਂ ਪੈ ਜਾਂਦੇ ਹਾਂ। ਰੈਸਲਿੰਗ ਦਾ ਵੀਰੇ ਉਹਨਾਂ ਨੂੰ ਦੇਖ ਕੇ ਆਇਆ ਜੀ, ਸ਼ਿੰਦੇ ਵੀਰੇ ਨੂੰ ਦੇਖ ਕੇ। ਇੱਥੇ ਆਪਣੇ ਨੇੜੇ ਆਲਮਗੀਰ ਅਖਾੜਾ ਹੋ ਗਿਆ, ਉੱਥੇ ਵੀ ਪਹਿਲਾਂ ਜਾਂਦੇ ਰਹੇ, ਅਤੇ ਫਿਰ ਇੱਥੇ ਗੁਰੂ ਜੀ ਕੋ ਆ ਗਏ। ਅਤੇ ਇਹਨਾਂ ਨੂੰ ਵੀਰੇ ਉਹਨਾਂ ਨੂੰ ਦੇਖ ਕੇ ਵਧੀਆ ਮਿਲਿਆ ਵੀ ਅਸੀਂ ਵੀ ਭਲਵਾਨੀ ਕਰਨ ਲੱਗੀਏ। ਸਵੇਰੇ ਵੀਰੇ ਅਸੀਂ 4 ਵਜੇ ਉੱਠ ਕੇ, ਮਤਲਬ ਫਰੈਸ਼ ਹੋ ਕੇ, ਅਤੇ ਮਾੜੀ ਮੋਟੀ ਡਾਈਟ ਲੈ ਕੇ ਇੱਥੇ ਆ ਜਾਂਦੇ ਹਾਂ ਅਖਾੜੇ 'ਚ। ਅਤੇ ਇੱਥੇ ਆ ਕੇ ਪ੍ਰੈਕਟਿਸ ਕਰਦੇ ਹਾਂ, ਜ਼ੋਰ ਕਰਦੇ ਹਾਂ, ਅਤੇ ਫਿਰ ਘਰੇ ਆ ਕੇ ਰੈਸਟ ਕਰਦੇ ਹਾਂ। ਫਿਰ ਦੁਪਹਿਰੇ 4 ਵਜੇ ਆ ਜਾਈਦਾ, ਫਿਰ ਜ਼ੋਰ ਕਰ ਲਈਦੇ ਆ, ਪ੍ਰੈਕਟਿਸ ਕਰ ਲਈਦੀ ਆ। ਬਸ ਇਹੀ ਸ਼ਡਿਊਲ ਆ ਭਲਵਾਨਾਂ ਦਾ ਸਿੰਪਲ ਵੀਰ। ਕੁਸ਼ਤੀ ਹਰ ਇੱਕ ਕੁਸ਼ਤੀ 'ਚ ਮਜ਼ਾ ਆਉਂਦਾ ਜੀ। ਅਤੇ ਹਿਮਾਚਲ 'ਚ ਹੋਈ ਸੀ ਇੱਕ ਕੁਸ਼ਤੀ ਮੁੰਡੇ ਨਾਲ, ਉਹਦੇ 'ਚ ਮੈਂ ਮਤਲਬ ਮੁੰਡਾ ਵਧੀਆ ਨਾਮੀ ਸੀਗਾ, ਮਤਲਬ ਢਾਲਿਆ ਸੀ ਉਹ ਕੁਸ਼ਤੀ ਜ਼ਿਆਦਾ। ਟਾਰਗੇਟ ਕੀ ਹੈ ਤੁਹਾਡਾ? ਟਾਰਗੇਟ ਆ ਵੀਰੇ ਉਹਨਾਂ ਦੀ, ਜਿਵੇਂ ਦੇਖ ਕੇ ਇਹਨਾਂ ਨੂੰ ਵੀ ਇਹਨਾਂ ਜਿੰਨੇ ਹੋ ਜਾਈਏ, ਇਹੀ टारगेट है। रेसलिंग मेरे पहले पिताजी ने की थी थोड़ी बहुत, लेकिन इतना वो नहीं था उनके टाइम पे, या इनको घर वालों को बड़ी नॉलेज नहीं थी। तो पिताजी ने मेरे अंकल जी ने बहुत सपोर्ट करा मेरे को। उन्होंने मेरे को ना शौक़ था, कुछ नहीं था, मतलब उन्होंने मेरे को बढ़ाया पहलवानी में। मैं पहले अपने लोकल में 1 साल रहा,
फिर उसके बाद मैं यहाँ आ गया, कंटिन्यू यहीं रह रहा हूँ। फिर मेरा जो आइडियल है शिंदा पहलवान है, उसे मैं आदर्श मानता हूँ अपना, और उनसे ही मैं बहुत ज़्यादा इंस्पायर होता हूँ। तो बाकी प्रैक्टिस अपनी कंटिन्यू चलती है। सबसे बड़ी बात है इनका व्यवहार बहुत अच्छा है, सबसे बड़ी बात ये है, और सहयोग बहुत अच्छा है, हर चीज़ से गाइड करते हैं, डाइट, प्रैक्टिस और हर चीज़ से गाइड करते हैं। कोई मतलब प्रॉब्लम नहीं आती। मैं यहाँ 4 साल हो गए मेरे को, कोई प्रॉब्लम नहीं आई। ਪਹਿਲਵਾਨਾਂ ਨੂੰ ਪੰਜਾਬ 'ਚ ਹੀ ਸਹੂਲਤਾਂ ਕਿਤੇ ਨਜ਼ਰ ਨਹੀਂ ਆ ਰਹੀਆਂ। ਅਸੀਂ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਗਏ, ਤੁਹਾਨੂੰ ਲੱਗਦਾ ਕਿ ਸਰਕਾਰ ਜਿਹੜੀ ਹੈ ਉਹ ਸੰਜੀਦਾ ਰੋਲ ਨਿਭਾ ਰਹੀ ਹੈ ਪੰਜਾਬ 'ਚ? ਨਹੀਂ ਪਹਿਲਵਾਨੀ ਔਰ ਪਹਿਲਵਾਨੀ ਵਾਲੇ ਪਾਸੇ ਨਹੀਂ ਆ ਰਹੇ। ਗੌਰਮੈਂਟ ਜਿਹੜੀ ਹੈਗੀ ਚਲੋ ਕਰਦੀ ਹੈ, ਉਹ ਗੇਮਾਂ ਨੂੰ ਉਹ ਕਰ ਰਹੀ ਜਾਂ ਖੇਡਾਂ ਨੂੰ ਕਰ ਰਹੀ ਹੈ, ਮਗਰ ਪਹਿਲਵਾਨੀ ਨੂੰ ਇੰਨੀ ਉਤਸ਼ਾਹਿਤ ਨਹੀਂ ਹੈ, ਪਹਿਲਵਾਨੀ ਨੂੰ ਇੰਨੀ ਤਰਜੀਹ ਨਹੀਂ ਹੈ। ਨਾ ਹੀ ਜਿਹੜੀ ਰੈਸਲਿੰਗ ਫੈਡਰੇਸ਼ਨ ਹੈ ਸਾਡੀ, ਜਿਹੜੀ 2 ਰੈਸਲਿੰਗ ਫੈਡਰੇਸ਼ਨ ਹੈ ਆਪਣੀ, ਇੱਕ ਤੇ ਪ੍ਰੈਜ਼ੀਡੈਂਟ ਆਪਣਾ ਕਰਤਾਰ ਪਹਿਲਵਾਨ IPS ਅਧਿਕਾਰੀ ਜਿਹੜੇ IG ਰਿਟਾਇਰ ਹੋਏ ਨੇ, ਉਹ ਇਸ ਟਾਈਮ 'ਤੇ ਮੌਜੂਦਾ ਆਪਣੇ ਪ੍ਰੈਜ਼ੀਡੈਂਟ ਹੈ ਗੱਦੇ ਵਾਲੀ ਕੁਸ਼ਤੀ ਦੇ। ਅਤੇ ਦੂਈ ਜਿਹੜੀ ਮਿੱਟੀ ਵਾਲੀ ਜਿਹੜੀ ਕੁਸ਼ਤੀ ਹੈ ਰੈਸਲਿੰਗ ਫੈਡਰੇਸ਼ਨ ਪੰਜਾਬ ਦੀ, ਉਹਦੇ 22 ਗੁਜ਼ਰ ਗਏ ਪਹਿਲਾਂ, 22 ਰਹੇ ਪ੍ਰੈਜ਼ੀਡੈਂਟ, 22 ਰਾਮਕ੍ਰਿਸ਼ਨ ਉਸਤਾਦ। ਉਹ ਤੋਂ ਬਾਅਦ ਹੁਣ ਪੰਮਾ ਪ੍ਰੈਜ਼ੀਡੈਂਟ ਹੈ ਤਾਂ ਇਹਨਾਂ ਦਾ ਮਿੱਟੀ ਵਾਲੀ ਦਾ। ਅਤੇ ਮਗਰ ਇਸ ਪਾਸੇ ਜਿਹੜੀ ਨਵੀਂ ਪੀੜ੍ਹੀ ਘਟ ਆ ਰਹੀ ਹੈ, ਅਤੇ ਕੁਛ ਗੌਰਮੈਂਟ ਵੀ ਨਹੀਂ ਕੁਛ ਕਰਦੀ, ਕੋਈ ਫੈਡਰੇਸ਼ਨ ਹੈ ਜਿਹੜੀ ਹੈ ਉਹ ਵੀ ਨਹੀਂ ਕੋਈ ਜ਼ਿਆਦਾ ਕੁਛ ਤਵੱਜੋ ਨਹੀਂ ਦੇ ਰਹੇ ਪਹਿਲਵਾਨੀ ਨੇ ਵਾਲੇ ਪਾਸੇ। ਸਰਕਾਰ ਤਾਂ ਇੱਕ ਪਾਸੇ, ਲੇਕਿਨ ਤੁਸੀਂ ਨਿੱਜੀ ਤੌਰ ਤੇ ਬਹੁਤ ਚੰਗਾ ਉਪਰਾਲਾ ਕਰ ਰਹੇ ਹੋ, ਨੌਜਵਾਨਾਂ ਨੂੰ ਚੰਗੇ ਪਾਸੇ ਲਾਇਆ ਹੈ। ਟਾਰਗੇਟ ਕੀ ਹੈ ਤੁਹਾਡਾ? ਸਾਡਾ ਟਾਰਗੇਟ ਹੈ ਕਿ ਚਲੋ ਕੋਈ ਪਹਿਲਵਾਨ ਆਪਣਾ ਇੰਟਰਨੈਸ਼ਨਲ ਲੈਵਲ 'ਤੇ ਮੈਡਲ ਜਿੱਤੇ, ਜਿਵੇਂ ਬਾਹਰ ਜਾਵੇ ਆਪਣੇ ਨੈਸ਼ਨਲ 'ਤੇ ਮੈਡਲ ਆਵੇਗਾ ਜਾਂ ਬਾਹਰ 'ਚ ਮੈਡਲ ਆਵੇ। ਸਾਡਾ ਮਕਸਦ ਹੈ ਕਿ ਕੋਈ ਤਗੜਾ ਮੁੰਡਾ ਹੋਵੇ, ਖਿਡਾਰੀ ਪੈਦਾ ਹੋਵੇ। ਚਲੋ ਇੰਨੇ 10-20 ਹੈ ਤਾਂ 1-2 ਤਾਂ ਕੁਛ ਕਿਤੇ ਨਾ ਕਿਤੇ ਨਿਕਲ ਹੀ ਜਾਂਦਾ ਬੰਦਾ, ਮਗਰ ਇਹਦੇ ਲਈ ਤਪੱਸਿਆ ਬੜੀ ਲੰਬੀ ਕਰਨੀ ਪੈਂਦੀ ਹੈ। ਕਿੰਨੀ ਕੁ ਤਪੱਸਿਆ ਕਰ ਰਹੇ ਹੋ ਸਵੇਰ ਤੋਂ ਸ਼ਾਮ? ਸਵੇਰ ਅਸੀਂ ਤਾਂ ਮੈਂ ਪੌਣੇ 4 ਵਜੇ ਉੱਠਦਾ ਜੀ, ਪੌਣੇ 4 ਤੋਂ 10 ਵਜੇ ਘਰੇ ਵੜਦੇ ਹਾਂ ਸਮਝੇ। ਸ਼ਾਮ ਨੂੰ 4 ਵਜੇ ਇੱਥੇ ਆ ਜਾਂਦੇ ਅਤੇ 9 ਸ਼ਾਮ ਨੂੰ ਵੱਜ ਜਾਂਦੇ ਨੇ। ਯਾਨੀ ਇੰਨਾ ਸਾਡਾ ਟਾਈਮ ਇੱਥੇ ਦੇਣਾ ਪੈਂਦਾ ਪਹਿਲਵਾਨਾਂ ਨੂੰ। ਉਹਨਾਂ ਦੀ ਕਿ ਰੋਟੀ ਪਾਣੀ ਵੀ ਦੱਸਦੇ ਨੇ, ਖਾਣਾ ਦੱਸਦੇ ਨੇ, ਪੀਣਾ ਦੱਸਦੇ ਨੇ, ਦਿਮਾਗੇ ਦਾ ਪੇ ਸਾਰਾ ਹੀ ਕੁਛ ਕਰਦੇ ਨੇ। ਖਾਸੀਅਤ ਕੀ ਹੈ ਇਸ ਅਖਾੜੇ ਦੀ ਪਹਿਲਵਾਨ ਜੀ? ਖਾਸੀਅਤ ਇੱਥੇ ਪਹਿਲਵਾਨੀ ਪੁਰਾਣੇ ਪਹਿਲਵਾਨ ਸੀ ਇੱਥੇ, ਸੱਤਿਆਣੀ ਬੰਤਾ ਅਤੇ ਭਜਨਾ ਪਹਿਲਵਾਨ, ਉਹਨਾਂ ਦੀ ਯਾਦ 'ਚ ਇਹਨਾਂ ਨੇ ਇਹ ਬਣਾਇਆ। ਸਰਦਾਰ ਬਲਜਿੰਦਰ ਸਿੰਘ ਨੇ ਯੂਕੇ ਤੋਂ ਕਿਤੇ ਆਉਂਦੇ ਨੇ। ਅਤੇ ਇੱਥੇ ਇਹਨਾਂ ਮੌਜੂਦਾ ਜਿਹੜਾ ਸਰਪੰਚ ਹੈ ਆਪਣਾ ਬਿੰਦਰ ਸਰਪੰਚ, ਇਹਨਾਂ ਦੇ ਪਰਿਵਾਰ 'ਚੋਂ ਹੀ ਸਰਪੰਚ ਬਣਿਆ। ਹੋ ਸਕਦਾ ਹੁਣ ਉਹਨੂੰ ਉਹ ਕਰਿਆ ਕੋਈ ਸਾਡੀ ਪਹਿਲਵਾਨ ਨੂੰ ਅਖਾੜੇ ਨੂੰ। ਅੱਛਾ ਕੋਚ ਸਾਹਿਬ, ਦਿਨ ਤੋਂ ਰਾਤ, ਸਵੇਰ ਤੋਂ ਸ਼ਾਮ ਤੁਸੀਂ ਮਿਹਨਤ ਕਰ ਰਹੇ ਹੋ, ਹੈ ਨਾ? ਤੁਹਾਨੂੰ ਕੁਝ ਨਵੇਂ ਪਹਿਲਵਾਨ ਵੀ ਦੇਖ ਰਹੇ ਹੋਣਗੇ। ਕੀ ਗੁਰੂ ਮੰਤਰ ਕੀ ਹੈ ਜੇ ਪਹਿਲਵਾਨੀ ਕਰਨੀ ਹੈ? ਕਿਹਨਾਂ ਚੀਜ਼ਾਂ ਤੋਂ ਬਚਿਆ ਜਾਵੇ? ਪਹਿਲਵਾਨੀ ਦੇ ਜਿਹੜੇ ਜਵਾਕ ਹੈ ਅੱਜ ਕੱਲ੍ਹ ਨਸ਼ੇ ਪੱਤਿਆਂ ਤੋਂ ਵੀ ਬਚਣਾ ਪੈਂਦਾ, ਹਰ ਇੱਕ ਮਾੜੇ ਕੰਮਾਂ ਤੋਂ ਵੀ ਅਤੇ ਆਪਣਾ ਘੁੰਮਣ ਫਿਰਨ ਤੋਂ ਵੀ, TV 'ਟੂ ਵੀ ਖਾਸ ਸਾਰੀਆਂ ਤੋਂ ਵੀ ਰਹਿਤ ਹੈ ਜੀ। ਇਹ ਤਾਂ ਤਪੱਸਿਆ ਭਗਤੀ ਹੈ ਬੜੀ ਲੰਬੀ ਹੈ, ਸਾਰੀ ਚੀਜ਼ਾਂ ਤੋਂ ਦੂਰ ਰਹਿੰਦਾ ਤਾਂ ਜਾ ਕੇ ਪਹਿਲਵਾਨ ਬਣਦਾ ਹੈ। ਇਹ ਆਪਣੇ ਲਈ ਪੂਰੀ ਆਪਾਂ ਕਹਿ ਦਈਏ ਕਿ ਪਹਿਲਵਾਨੀ ਕਰ ਲਓ ਅਤੇ ਆਪਣਾ TV ਦੇ ਕੇ ਫਿਲਮਾਂ ਹੀ ਦੇਖ ਕੇ ਆਪਣੇ ਫਿਲਮਾਂ ਨੂੰ ਜਾਓ, ਘੁੰਮੋ ਫਿਰੋ, ਇਹ ਤਾਂ ਬਹੁਤ ਲੰਬਾ ਕੰਮ ਹੈ ਜੀ। ਅੱਛਾ, ਤੁਹਾਡੇ ਅਖਾੜੇ ਦੇ ਵਿੱਚ ਸ਼ਿੰਦਾ ਨਾਰੰਗਵਾਲ ਅੱਜ ਕੱਲ੍ਹ ਪੰਜਾਬ ਦੇ ਛਿੰਝਾਂ 'ਚ 1 ਨੰਬਰ ਦੀ ਮਾਲੀ ਦੇ ਕੋਲ ਰਹੇ ਨੇ। ਖਾਸੀਅਤ ਕੀ ਹੈ ਸ਼ਿੰਦੇ ਦੀ? ਕਿੰਨੀ ਕੁ ਮਿਹਨਤ, ਕਿਉਂਕਿ ਤੁਸੀਂ ਵੀ ਇੱਥੇ ਲੰਮੇ ਸਮੇਂ ਤੋਂ ਤੁਸੀਂ ਆਪ ਕਰਾਈ ਗਈ। ਸ਼ਿੰਦਾ ਆਪਣੇ ਸਾਡੇ ਕੋਲ ਸੰਨ 5 'ਤੇ ਆਇਆ ਸਾਡੇ ਕੋਲ, ਸਾਨੂੰ ਇਹ 4 'ਤੇ ਮੈਂ ਆਏ ਅਤੇ ਅਖਾੜਾ 4 'ਤੇ ਸਟਾਰਟ ਹੋਇਆ, 5 'ਤੇ ਆਇਆ ਜਦ ਤੋਂ ਛੋਟੀ ਜੋੜਾਂ 'ਤੇ ਸੀ। ਔਰ ਹੁਣ ਟੌਪ 'ਤੇ ਹਿੰਦੁਸਤਾਨ ਦੇ ਜਿੰਨੇ ਵੀ ਪਹਿਲਵਾਨ ਹੈ ਇਹਨਾਂ ਦੀ ਸਾਰਿਆਂ ਨਾਲ ਕੁਸ਼ਤੀ ਹੋਣੀਆਂ। ਰੂਵਲ ਨਾ ਹੋਈ ਹੈ, ਜੱਸਾ ਪੱਟੀ ਨਾ ਹੋਈ ਹੈ, ਜੱਸਾ ਪੱਟੀ ਵੀ ਢਾਇਆ ਨਾ, ਰੂਵਲ ਢਾਇਆ ਨਾ, ਕਮਨਜੀਤ ਢਾਇਆ ਨਾ, ਯਾਨੀ ਜਿੰਨੇ ਵੀ ਟੌਪ ਦੇ ਪਹਿਲਵਾਨ ਰਹੇ ਨੇ, ਕੋਈ ਪਹਿਲਵਾਨ ਛੱਡਿਆ ਨਹੀਂ ਜਿਹੜਾ ਜਿਹਦੇ ਨਾ ਘੁਲਿਆ ਹੋਊਗਾ। ਯਾਨੀ ਇਸ ਲੈਵਲ ਵੀ, ਇਸ ਟਾਈਮ ਵੀ ਹੁਣ ਮੌਜੂਦਾ, ਚਲੋ ਮੌਜੂਦਾ ਵੀ ਟਾਈਮ 'ਤੇ ਹਿੰਦੁਸਤਾਨ ਦੇ ਕੋਈ ਵੀ ਪਹਿਲਵਾਨ ਨਾ ਘੁਲ ਸਕਦਾ ਜੇ ਵੀ। ਯਾਨੀ 25-30 ਮਿੰਟ ਜੇ ਟਾਈਮ ਲਾ ਕੇ ਘੁਲਾਵੇ, ਕਿਸੇ ਤੋਂ ਨਹੀਂ, ਕੋਈ ਢਾਹ ਨਹੀਂ ਸਕਦਾ 25-30 ਮਿੰਟ ਨੂੰ। ਅਤੇ ਸਾਰਿਆਂ ਦੀ ਜੋੜ 1 ਨੰਬਰ ਦਾ ਪਹਿਲਵਾਨ ਹੈ, ਸਟਾਰ ਹੈ ਯਾਨੀ ਹਿੰਦੁਸਤਾਨ ਦਾ ਮਿੱਟੀ ਦਾ। ਚਲੋ ਗੱਦੇ ਦੇ ਤੋਂ ਜੇ ਨਹੀਂ ਜਾਂਦਾ, ਕਾਰਨ ਕਿਉਂ ਗੋਡਾ ਥੋੜ੍ਹਾ ਜਿਹਾ ਖਰਾਬ ਹੋ ਗਿਆ ਸੀ, ਇਸ ਕਰਕੇ ਨਹੀਂ ਮਿੱਟੀ ਦੇ ਅਸੀਂ ਇਸ ਟਾਈਮ ਪੂਰੇ ਹਿੰਦੁਸਤਾਨ ਨਾਲ ਘੁਲਦਾ ਸਾਰਿਆਂ ਨਾਲ। ਖੇਡਦਾ ਪੰਜਾਬ ਬੇਲੀਓ ਮੇਰਾ, ਖੇਡਦਾ ਪੰਜਾਬ ਦੋਸਤੋ, ਖੇਡਦਾ ਪੰਜਾਬ ਮੇਰਾ, ਖੇਡਦਾ ਪੰਜਾਬ, ਖੇਡਦਾ ਪੰਜਾਬ ਮੇਰਾ, ਖੇਡਦਾ ਪੰਜਾਬ।
ਸੋ ਨਾਰੰਗਵਾਲ ਦੇ ਮੱਲ ਅਖਾੜਾ ਦੇ ਵਿੱਚ ਅੱਜ ਅਸੀਂ ਪਹੁੰਚੇ। ਅਸੀਂ ਦੇਖਿਆ ਕਿ ਇੱਥੇ ਕਿਸ ਤਰੀਕੇ ਪਹਿਲਵਾਨੀ ਹੁੰਦੀ ਹੈ, ਇੱਥੇ ਕਿਸ ਤਰੀਕੇ ਨਾਲ ਮੁੰਡੇ ਮਿਹਨਤ ਕਰਦੇ ਨੇ ਸਵੇਰ ਤੋਂ ਸ਼ਾਮ ਤੱਕ, ਕਿਵੇਂ ਗੁਜ਼ਰਦਾ ਉਹਨਾਂ ਦਾ ਸਾਰਾ ਦਿਨ। ਸੋ ਤੁਹਾਨੂੰ ਇਹ ਸਾਡਾ ਐਪੀਸੋਡ ਕਿਹੋ ਜਿਹਾ ਲੱਗਾ ਤੁਸੀਂ ਕਮੈਂਟਸ 'ਚ ਆਪਣੀ ਰਾਏ ਦੇ ਸਕਦੇ ਹੋ। ਨਾਲ ਦੀ ਨਾਲ ਆਪਣੀ ਤੁਸੀਂ ਫੀਡਬੈਕ ਸਾਨੂੰ ਈਮੇਲ ਵੀ ਕਰ ਸਕਦੇ ਹੋ। ਅਸੀਂ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।